सत श्री अकाल जी, तुसीं D5 चैनल पंजाबी देख रहे हो। मैं तुहाडे नाल सुखविंदर सिंह। पेश है साडी खास रिपोर्ट विवादां दे विच श्रोमणी कमेटी। श्रोमणी गुरुद्वारा प्रबंधक कमेटी ते अक्सर सवाल चुके जाते हैं। नवा सवाल है, गुरुद्वारा श्री फतेहगढ़ साहब के सामने पार्किंग की थां ते दुकानां क्यों बन रही ने अते किस दे इशारे ते बन रही ने। अखौती पंथक आगूआं ते इल्ज़ाम लगा रहे हैं कांग्रेस के विधायक कुलजीत सिंह नागरा। श्रोमणी कमेटी के मैंबर गुरप्रीत सिंह रंधावा भी इस मसले ते टिप्पणी कर रहे हैं। श्रोमणी कमेटी के प्रधान गोबिंद सिंह लोंगोवाल की प्रतिक्रिया भी असीं तुहानूं सुणावांगे। सब तो पहला पूरा मामला विधायक कुलजीत सिंह नागरा की जुबानी सुन लैंदे हां। साध संगत जी, मैं कुलजीत सिंह नागरा MLA फतेहगढ़ साहब तुहाडे नाल गल कर रहा हां। गुरुद्वारा बाबा जोरावर सिंह, बाबा फतेह सिंह ते माता गुजर कौर जी की अदुੱਤੀ शहादत वाली इस धरती, इस फतेहगढ़ साहब के इस महान स्थान के उत्ते गुरुद्वारा श्री फतेहगढ़ साहब के सामने खड़े हैं। मैं तुहानूं दिखा रहा कि देखो, श्रोमणी गुरुद्वारा प्रबंधक कमेटी का अज तुसीं हाल देखो की है कि अज ਜਿਹੜੀ पार्किंग गुरुद्वारा साहब के सामने बनाई गई थी बहुत वड्डी, जिहदे विच श्रद्धालु आके अपने वहीकल खड़े करते सी और जिहदे विच शहीदी सभा के दौरान जिथे पुलिस का जिहड़ा प्रशासन नूं जगह इत्थे दित्ती जांदी सी, फायर ब्रिगेड दीयां गड्डियां खड़ियां करियां जांदियां सी, लोकां दी सहूलत लई इत्थे होर भी VIP दी पार्किंग भी इत्थे हुंदी सी। ਉਹ जगह अज देखो, आजो मैं तुहानूं दिखाउणा आ कि किवें श्रोमणी कमेटी वालियां ने ਇਹ सारी जगह ਜਿਹੜੀ ਹੈਗੀ ਇਹਨੂੰ ਮਾਰਕੀਟ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਔਰ ਇਹ ਕਿਵੇਂ ਇੱਥੇ ਛੋਟੀਆਂ ਆਹ ਜਿਹੜੇ ਟੈਂਟਾਂ ਦੇ ਵਿੱਚ ਛੋਟੀਆਂ ਦੁਕਾਨਾਂ ਜਿਹੜੀਆਂ ਨੇ ਇੱਥੇ ਲਗਾ ਕੇ ਇਹਨੂੰ ਦੁਕਾਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਹਨਾਂ ਤੋਂ ਕਿਰਾਇਆ ਵਸੂਲ ਕਰਕੇ ਇਹ ਜਿਹੜਾ ਹੈਗਾ ਇਹਨਾਂ ਦੁਕਾਨਾਂ ਨੂੰ ਇਹ ਸਾਰੀ ਪਾਰਕਿੰਗ ਜਿਹੜੀ ਹੈ ਥੱਲੇ ਦਿਖਾਓ ਇੱਧਰ, ਆ ਸਾਰੀ ਪਾਰਕਿੰਗ ਨੂੰ ਦੁਕਾਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਤਬਦੀਲ ਕਰ ਦਿੱਤਾ, ਜਿੱਥੇ ਕਿ ਇਹਨਾਂ ਸਾਰੇ ਇਤਿਹਾਸਿਕ ਗੁਰਦੁਆਰਿਆਂ ਨੂੰ ਜਿੱਥੇ ਖੁੱਲ੍ਹਾ ਕਰਨ ਵਾਸਤੇ ਵੱਖ-ਵੱਖ ਆਨੰਦਪੁਰ ਸਾਹਿਬ, ਸ੍ਰੀ ਹਰਮੰਦਰ ਸਾਹਿਬ, ਮੁਕਤਸਰ ਸਾਹਿਬ, ਸਾਰੇ ਗੁਰਦੁਆਰਿਆਂ ਦੇ ਚਾਹੇ ਚਮਕੌਰ ਸਾਹਿਬ ਹੈ ਉਹਨਾਂ ਦਾ ਆਲਾ ਦੁਆਲਾ ਸੁੰਦਰ ਤੇ ਵਧੀਆ ਬਣਾ ਕੇ ਉਹਨਾਂ ਨੂੰ ਜਿੱਥੇ ਇਹ ਕੀਤਾ ਗਿਆ ਕਿ ਉਹਦੇ ਇੱਥੇ ਵਧੀਆ ਲੱਗਣ, ਉੱਥੇ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸ਼ਹੀਦਾਂ ਦੀ ਧਰਤੀ ਦੇ ਆਲੇ ਦੁਆਲੇ ਦੁਕਾਨਾਂ ਬਣਾ ਕੇ ਸ਼੍ਰੋਮਣੀ ਕਮੇਟੀ ਦਾ ਜੇ ਹਾਲ ਹੈ ਕਿ ਅੱਜ 2-2 ਰੁਪਏ ਦੁਕਾਨਾਂ ਤੋਂ ਇਕੱਠੇ ਕਰਨ ਲੱਗੇ ਨੇ। ਮੈਂ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ ਜੀ, ਜੇ ਸ਼੍ਰੋਮਣੀ ਕਮੇਟੀ ਨੂੰ ਲੋੜ ਹੈ ਉਹਨਾਂ ਦੇ ਕੋਲੇ ਇਹ ਪੈਸੇ ਤੇ ਹੀ ਪਲਣਾ, ਇਹਨਾਂ ਨੇ ਜੇ ਇਹਨਾਂ ਨੇ ਇਸ ਪੈਸੇ ਤੇ ਹੀ ਪਲਣਾ ਤਾਂ ਇਹ ਜਿਹੜਾ ਹੈਗਾ ਆ ਸੰਗਤ ਇਹਨਾਂ ਦੇ ਨਾਲ ਖੜੀ ਹੈ, ਪਰ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਦਾ ਆਲਾ ਦੁਆਲਾ ਜਿਹੜਾ ਆ ਉਹਨੂੰ ਉਸ ਤਰ੍ਹਾਂ ਦਾ ਨਾ ਬਣਾਓ ਜਿਵੇਂ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਭੀੜਾਂ ਨੇ। ਅੱਜ ਇਹ ਜਿਹੜੀ ਆ ਦੇਖੋ ਮਾਰਕੀਟ ਕਿਵੇਂ ਸਾਰੀ ਦੀ ਸਾਰੀ, ਉਧਰ ਨੂੰ ਆ ਕੇ ਦਿਖਾਓ, ਇਹ ਸਾਰੀ ਮਾਰਕੀਟ ਜਿਹੜੀ ਹੈ ਅੱਜ ਇਹਨਾਂ ਨੇ ਕੀਤੀ ਆ। ਮੈਂ ਇਸ ਇਲਾਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਇਹ ਜਾਗਰੂਕ ਕਰਾਂ ਔਰ ਇਹ ਜਿਹੜੀ ਧੱਕੇਸ਼ਾਹੀ ਹੈ ਔਰ ਜਿਹੜਾ ਇਹ ਗੁੰਡਾਗਰਦੀ ਹੈ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। विधायक कुलजीत सिंह नागरा इत्थे नहीं रुके। उन्होंने गुरुद्वारा श्री फतेहगढ़ साहब की पार्किंग के बारे तत्थां ते आधारित एक वीडियो भी नशर की है, जिस दे विच खुलासा किया गया कि पार्किंग ते पंजाब सरकार ने करीब 72 लाख रुपए खर्चे सन। 97,000 तकरीबन 72 लाख रुपये की एक प्रपोजल बनाई गई सी इस पार्किंग नूं बनाउण लई, इहदे फुटपाथ बनाउण लई, इत्थे ट्री गार्ड ते लोकां दे बैठण वाली जगह बनाउण लई और ਉਹਦਾ ਜਿਹੜਾ ਕੰਮ ਸੀਗਾ PWD ਮਹਿਕਮਾ ਸਰਹੰਦ ਨੇ ਕੀਤਾ ਸੀਗਾ ਇਸ ਇਤਿਹਾਸਿਕ ਧਰਤੀ ਦੀ ਮਹੱਤਤਾ ਨੂੰ ਦੇਖਦੇ ਹੋਏ ਔਰ ਜੋ ਗੁਰਦੁਆਰਾ ਸਾਹਿਬ ਦੀ ਲੋੜ ਸੀ ਉਹਨੂੰ ਦੇਖਦੇ ਹੋਏ ਔਰ ਉਹਦੇ ਤਹਿਤ ਉਹ ਚਿੱਠੀ ਹੈ ਪ੍ਰਸ਼ਾਸਨ ਦੀ ਔਰ ਉਹਦੇ ਤਹਿਤ ਮੈਂ ਦੱਸਣਾ ਚਾਹੁੰਦਾ ਲੌਂਗੋਵਾਲ ਸਾਹਿਬ ਤੇ ਸਾਧ ਸੰਗਤ ਜੀ, ਆ ਤੁਸੀਂ ਵੀ ਦੇਖ ਲਓ, ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵੱਲੋਂ ਉਸ ਵੇਲੇ ਦੀ ਪ੍ਰਿੰਸੀਪਲ ਸਕੱਤਰ ਨੂੰ ਭੇਜੀ ਗਈ। ਉਹ ਮੈਂ ਚਿੱਠੀ ਪੜ੍ਹ ਕੇ ਸੁਣਾ ਦਿੰਦਾ ਆ। ਉਹ ਚਿੱਠੀ ਹੈ, ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇਜਾ ਸਿੰਘ ਸਮੁੰਦਰੀ ਹਾਲ। ਚਿੱਠੀ ਦਾ ਨੰਬਰ ਹੈ 10/299/8
ਸਪੇਸ 8 ਸ਼੍ਰੀ ਅੰਮ੍ਰਿਤਸਰ, ਡੇਟ ਹੈ 29/1/2009। ਚਿੱਠੀ ਸੰਬੋਧਨ ਕੀਤੀ ਹੈ ਸ਼੍ਰੀਮਤੀ ਗੀਤਿਕਾ ਕੱਲਾ, ਪ੍ਰਿੰਸੀਪਲ ਸਕੱਤਰ ਸੈਰ ਸਪਾਟਾ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ। ਔਰ ਵਿਸ਼ਾ ਹੈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਪਾਰਕ ਵਿੱਚ ਪਾਰਕਿੰਗ ਬਣਾਉਣ ਬਾਰੇ। ਲਿਖਦੇ ਨੇ, ਬੀਬੀ ਜੀ, ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਪਈ ਜਗ੍ਹਾ ਵਿੱਚ ਪਾਰਕਿੰਗ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਸ ਲਈ ਰਕਮ ਵੀ ਮਨਜ਼ੂਰ ਕੀਤੀ ਗਈ ਹੈ। ਅਗਰ ਇਸ ਜਗ੍ਹਾ ਵਿੱਚ ਆਪ ਜੀ ਦੇ ਵਿਭਾਗ ਵੱਲੋਂ ਪਾਰਕਿੰਗ ਵਿਕਸਿਤ ਕੀਤੀ ਜਾਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਾਰਕਿੰਗ ਬਣਨ ਉਪਰੰਤ ਇਸ ਦੇ ਰੱਖ ਰਖਾਵ ਅਤੇ ਸੰਭਾਲ ਦੀ ਜ਼ਿੰਮੇਵਾਰੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਹੋਵੇਗੀ। ਸਤਿਕਾਰ ਸਹਿਤ ਸ਼ੁਭਚਿੰਤਕ ਦਲਮੇਘ ਸਿੰਘ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ। ਸਾਧ ਸੰਗਤ ਜੀ, ਇਹ NOC ਦਿੱਤੀ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ, ਔਰ ਇੱਕ ਵਾਅਦਾ ਕੀਤਾ ਗਿਆ ਲੌਂਗੋਵਾਲ ਸਾਹਿਬ ਤੁਹਾਡੇ ਵੱਲੋਂ ਕਿ ਇਸ ਪਾਰਕਿੰਗ ਦਾ, ਇਸ ਜਗ੍ਹਾ ਦੀ ਸਾਂਭ ਸੰਭਾਲ ਤੇ ਰੱਖ ਰਖਾਵ ਦਾ ਧਿਆਨ ਤੁਸੀਂ ਰੱਖੋਗੇ। ਉੱਥੇ ਇਹ ਨਹੀਂ ਸੀ ਕਿਹਾ ਗਿਆ ਕਿ 71,97,000 ਦਾ ਖਰਚਾ ਪੰਜਾਬ ਸਰਕਾਰ ਤੋਂ ਕਰਵਾ ਕੇ ਪਾਰਕਿੰਗ ਨੂੰ ਵਧੀਆ ਪੱਕਾ ਕਰਵਾ ਕੇ ਇੰਟਰਲੌਕ ਟਾਈਲਾਂ ਲਵਾ ਕੇ ਇੱਥੇ ਤੁਸੀਂ ਝੁੱਗੀ ਝੌਪੜੀ ਵਾਲੀ ਮਾਰਕੀਟ ਬਣਾ ਦੋਗੇ, ਜਿੱਥੇ ਕਿ ਜਿਹੜੀ ਮਾਰਕੀਟ ਦੇ ਉੱਤੇ ਮੋਮਜਾਮੇ ਦੀਆਂ ਤਰਪਾਲਾਂ ਪਾ ਕੇ ਆਪਣੀ ਛੋਟੀਆਂ ਦੁਕਾਨਾਂ ਲਾਉਣਗੇ ਲੋਕ, ਉੱਥੇ ਅੰਦਰ ਪਤਾ ਨਹੀਂ ਕਿਹੜੇ ਧੰਦੇ ਹੋਣਗੇ। ਔਰ ਉਸ ਮਾਰਕੀਟ ਦੀ ਕਿਸੇ ਵੇਲੇ ਵੀ ਉਹਦੀ ਕੋਈ ਫਾਇਰ ਬ੍ਰਿਗੇਡ ਦੀ ਪਰਮਿਸ਼ਨ ਨਹੀਂ ਗੀ, ਕੋਈ ਪ੍ਰਸ਼ਾਸਨ ਵੱਲੋਂ ਤੁਸੀਂ ਪਰਮਿਸ਼ਨ ਨਹੀਂ ਲਈ, ਕੋਈ ਨਕਸ਼ਾ ਨਹੀਂ ਪਾਸ ਕਰਵਾਇਆ। ਤੇ ਇਹ ਤੁਸੀਂ ਇਸ ਕਰਕੇ ਸਰਕਾਰ ਦੇ ਪੈਸੇ ਲਵਾਏ ਸੀ ਸ਼੍ਰੋਮਣੀ ਕਮੇਟੀ ਨੇ ਕਿ ਇੱਥੇ ਤੁਸੀਂ ਪੱਕੀ ਥਾਂ ਦੇ ਉੱਤੇ ਝੁੱਗੀ ਚੌਪੜੀ ਦੀ ਮਾਰਕੀਟ ਬਣਾ ਦਿਓ। ਇਹ ਮੈਂ ਬੇਨਤੀ ਕਰਨੀ ਚਾਹੁੰਦਾ ਫਿਰ ਤੁਹਾਨੂੰ ਕਿ ਇਹ ਤੁਸੀਂ ਸਰਕਾਰ ਨਾਲ ਵਾਅਦਾ ਕੀਤਾ ਸੀਗਾ, ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਦੇ ਲੱਗੇ ਪੈਸੇ ਦੀ ਕੋਈ ਦੁਰਵਰਤੋਂ ਨਾ ਕਰ ਸਕੇ, ਔਰ ਇਸ ਪਾਰਕਿੰਗ ਦੀ ਜੋ ਮੌਜੂਦਾ ਸਥਿਤੀ ਹੈ, ਸੰਗਤ ਦੀ ਮੰਗ ਇਹ ਹੈਗੀ ਹੈ ਕਿ ਇਸੇ ਤਰੀਕੇ ਨਾਲ ਰਵੇ। ਔਰ ਮੈਂ ਲੌਂਗੋਵਾਲ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਹਾਨੂੰ ਦੁਕਾਨਾਂ ਹੋਰ ਲਾਉਣ ਦੀ ਗੱਲ ਹੈ, ਤੁਹਾਡੀ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ, ਤੁਸੀਂ ਬਹੁਤ ਸੋਹਣੀ ਮਾਰਕੀਟ ਪਹਿਲਾਂ ਮਾਤਾ ਗੁਜਰੀ ਮਾਰਕੀਟ ਜਿਹੜੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣਾਈ ਹੈ ਸ਼੍ਰੋਮਣੀ ਕਮੇਟੀ ਨੇ। ਸਟੇਡੀਅਮ ਹੈ ਜਿਹੜਾ ਕਾਲਜ ਦਾ, ਉਹਦੇ ਨਾਲ ਥੱਲੇ ਸੜਕ ਵਾਲੇ ਪਾਸੇ ਤੁਸੀਂ ਮਾਰਕੀਟ ਬਣਾਈ, ਉੱਥੇ ਹੋਰ ਥਾਂ ਪਈ ਹੈ। ਸ਼੍ਰੋਮਣੀ ਕਮੇਟੀ ਦੇ ਕੋਲ ਹੋਰ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਤੁਸੀਂ ਇੱਕ ਵਧੀਆ ਮਾਰਕੀਟ ਨਕਸ਼ਾ ਤਿਆਰ ਕਰਕੇ ਸਰਕਾਰ ਕੋਲੋਂ ਪ੍ਰਵਾਨਗੀ ਲੈ ਕੇ ਉਸ ਨਕਸ਼ੇ ਦੀ ਤੁਸੀਂ ਮਾਰਕੀਟ ਬਣਾਓ। 24 ਘੰਟੇ ਦੇ ਵਿੱਚ ਤੁਹਾਡਾ ਨਕਸ਼ਾ ਪਾਸ ਕਰਕੇ ਦੇਵਾਂਗੇ। ਤੁਹਾਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਹੈ ਇਸ ਗੱਲ ਵਾਸਤੇ ਕੋਈ ਰੋਕਦਾ ਨਹੀਂ। ਤੁਸੀਂ ਆਪਣਾ ਜੋ ਵੀ ਹੈਗਾ ਇੱਕ ਤਰੀਕੇ ਨਾਲ ਕਰੋ ਜਿਹਦੇ ਨਾਲ ਇਸ ਮਹਾਨ ਧਰਤੀ ਦੀ ਸੁੰਦਰਤਾ ਦੀ ਨੂੰ ਵੀ ਚਾਰ ਚੰਨ ਲੱਗਣ ਔਰ ਇੱਕ ਚੰਗਾ ਪ੍ਰਬੰਧ ਵੀ ਨਜ਼ਰ ਆਵੇ। ਆਪਾਂ ਇੱਥੇ ਝੁੱਗੀ ਚੌਪੜੀ ਲਵਾ ਕੇ ਕੀ ਕਰਨਾ ਚਾਹੁੰਦੇ ਹਾਂ, ਇਹ ਤੋਂ ਕਮਾਈ ਕਿਹੜੀ ਕਰਨੀ ਚਾਹੁੰਦੇ ਆ। ਔਰ ਨਾਲ ਦੀ ਨਾਲ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਇੱਥੇ ਇੱਕ ਦੁਕਾਨ ਜਿਹੜੀ ਸੀਗੀ ਜਿੱਥੇ ਤਰਪਾਲਾਂ ਪਈਆਂ ਸੀ, ਉਹ ਸੜ ਗਈ ਸੀਗੀ, ਔਰ ਉਹਦੇ ਵਿੱਚ ਪਈਆਂ ਜਿਹੜੀ ਧਾਰਮਿਕ ਪੁਸਤਕਾਂ, ਗੁਟਕਾ ਸਾਹਿਬ ਔਰ ਸਾਡੇ ਕਕਾਰ ਜਿਹੜੇ ਸੀਗੇ ਸਿੱਖੀ ਦੇ, ਔਰ ਹੋਰ ਬਹੁਤ ਸਾਰਾ ਧਾਰਮਿਕ ਸਮਾਨ ਜਿਹੜਾ ਸੀ ਉਹਦੇ ਵਿੱਚ ਸੜ ਗਿਆ ਸੀਗਾ, ਔਰ ਉਹਨੂੰ ਉਸ ਦੁਕਾਨਦਾਰ ਨੇ ਚੁੱਕ ਕੇ ਗੱਦੇ ਚੋਏ ਦੇ ਉੱਤੇ ਸੁੱਟ ਦਿੱਤਾ ਸੀ, ਜਿਹਨੂੰ ਬਾਅਦ ਦੇ ਵਿੱਚੋਂ ਮਾਤਾ ਗੁਜਰੀ ਨਿਵਾਸ ਵਾਲੀ ਸੰਗਤ ਨੇ ਜਿਹੜਾ ਹੈਗਾ ਆ ਏਰੀਏ ਵਾਲੀ ਸੰਗਤ ਨੇ ਔਰ ਸਤਿਕਾਰ ਕਮੇਟੀ ਨੇ ਉੱਥੋਂ ਚੁੱਕ ਕੇ ਉਹਦਾ ਸੰਸਕਾਰ ਕੀਤਾ ਸੀ। ਜੇ ਇਸ ਮਾਰਕੀਟ ਨੂੰ ਕੱਲ ਨੂੰ ਅੱਗ ਲੱਗ ਗਈ, ਤੁਸੀਂ ਫਾਇਰ ਵਾਲਿਆਂ ਤੋਂ ਪਰਮਿਸ਼ਨ ਲਈ, ਤੁਸੀਂ ਨਕਸ਼ਾ ਪਾਸ ਕਰਾਇਆ, ਇਹ ਕਿਹੜਾ ਠੇਕੇਦਾਰ ਇਹੋ ਜਿਹਾ ਹੈਗਾ ਔਰ ਕਿਹੜਾ ਤੁਹਾਡੇ ਥੱਲੇ ਇਹੋ ਜਿਹਾ ਨੁਮਾਇੰਦਾ ਆ ਜਿਹੜਾ ਇਹਦੇ ਪਿੱਛੇ ਲੱਗ ਕੇ ਤੇ ਇਹਨੂੰ ਸਾਰੇ ਕੁਝ ਨੂੰ ਕਰਾਉਣਾ ਚਾਹੁੰਦਾ ਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਸਵਾਲ ਚੁੱਕਿਆ ਹੈ ਕਿ ਗੁਰਦੁਆਰਿਆਂ ਦੇ ਵਿੱਚ ਠੇਕੇਦਾਰੀ ਸਿਸਟਮ ਖੜਾ ਕਿਉਂ ਕੀਤਾ ਜਾ ਰਿਹਾ, ਕਿਤੇ ਇਹ ਨਾ ਹੋਵੇ ਕਿ ਲੰਗਰ ਘਰ ਵੀ ਠੇਕੇ ਤੇ ਚੱਲਣ ਲੱਗ ਪੈਣ। ਪਿਛਲੇ ਦਿਨੀ ਇੱਥੇ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਦੇ ਸਬੰਧ ਦੇ ਵਿੱਚ ਅਸੀਂ ਅਖਬਾਰਾਂ ਦੇ ਵਿੱਚ ਜਿਹੜਾ ਵਾਦ ਦੇਖਿਆ ਤੇ ਮੈਂ ਸਮਝਦਾ ਕਿ ਮੰਦਭਾਗਾ ਨਹੀਂ ਸੀ ਹੋਣਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਇਹਦਾ ਹੱਲ ਜਿਹੜਾ ਇਹ ਮਿਲ ਬੈਠ ਕੇ ਹੋ ਸਕਦਾ, ਕੋਈ ਏਡੀ ਵੱਡੀ ਗੱਲ ਨਹੀਂ ਸੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਮੇਰਾ ਖਿਆਲ ਹੈ ਇਹਦਾ ਹੱਲ ਕਰਵਾ ਸਕਦੇ ਸੀ। ਦੂਸਰੀ ਗੱਲ ਕਿ ਜਿਹੜਾ ਇਹ ਮਸਲਾ ਮੈਂ ਇਹ ਮੰਗ ਕਰਦਾ ਕਿ ਬਾਰ-ਬਾਰ ਇਹ ਤਾਂ ਹਰੇਕ ਸਾਲ ਹੀ ਫਿਰ ਖੜਾ ਹੋਊਗਾ, ਠੇਕਾ ਤੁਸੀਂ ਹਰੇਕ ਸਾਲ ਦੇਣਾ, ਹਰੇਕ ਸਾਲ ਹੀ ਇਸ ਤਰ੍ਹਾਂ ਦੇ ਅੜਿੱਕੇ ਅੱਜ ਪ੍ਰਸ਼ਾਸਨ ਨੇ ਪਾਤੇ, ਕੱਲ੍ਹ ਨੂੰ ਕੋਈ ਹੋਰ ਪਾ ਦੂਗਾ। ਸ਼੍ਰੋਮਣੀ ਕਮੇਟੀ ਆਪਣੀਆਂ ਪਰਮਾਨੈਂਟ ਦੁਕਾਨਾਂ ਜਿਹੜੀਆਂ ਨੇ ਉਹ ਕਿਉਂ ਨਹੀਂ
ਜਿਹੜੀਆਂ ਹੈਗੀਆਂ ਉਹ ਇੱਥੇ ਖੜੀਆਂ ਕਰਦੀ। ਜਿਸ ਤਰ੍ਹਾਂ ਇੱਥੇ ਮਾਰਕੀਟ ਬਣੀ ਹੋਈ ਹੈ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਾਹਮਣੇ, ਤੋਂ ਇੱਥੇ ਜਗ੍ਹਾ ਸਿਲੈਕਟ ਕਰਕੇ ਸ਼੍ਰੋਮਣੀ ਕਮੇਟੀ ਆਪਣੀਆਂ ਪਰਮਾਨੈਂਟ ਦੁਕਾਨਾਂ ਬਣਾ ਲਵੇ ਅਤੇ ਪਰਮਾਨੈਂਟ ਜਿਹੜੀ ਉਹਨਾਂ ਦੀ ਇਨਕਮ ਜਿਹੜਾ ਹੈ ਗੁਰੂ ਘਰ ਨੂੰ ਮਿਲਣੀ ਸ਼ੁਰੂ ਹੋ ਜਾਵੇ। ਤੋਂ ਇਸ ਕਰਕੇ ਇਹੋ ਜਿਹੇ ਝਗੜੇ ਮੁੱਕ ਜਾਣਗੇ। ਦੂਸਰੀ ਗੱਲ ਇਹ ਆ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਠੇਕੇਦਾਰੀ ਸਿਸਟਮ ਹੈ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਲਈ ਬੜਾ ਘਾਤਕ ਸਮਝੋ। ਦੇਖੋ, ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਲੰਗਰਾਂ ਦੇ ਵਿੱਚ ਦੇਣ ਲੱਗੇ ਜਿਹੜੀਆਂ ਬਿਲਡਿੰਗਾਂ ਠੇਕੇ 'ਤੇ, ਕਾਰ ਸੇਵਾ ਵਾਲਿਆਂ ਨੂੰ ਛੱਡ ਕੇ ਬਿਲਡਿੰਗਾਂ ਤੁਸੀਂ ਦੇਣ ਲੱਗੇ ਠੇਕੇਦਾਰਾਂ ਨੂੰ, ਫਿਰ ਦੁਕਾਨਾਂ ਦੇ ਵਿੱਚ ਠੇਕੇਦਾਰ ਆ ਗਏ ਅਤੇ ਕੱਲ੍ਹ ਨੂੰ ਫਿਰ ਤੁਸੀਂ ਲੰਗਰ ਬਣਾਉਣ 'ਤੇ ਵੀ ਠੇਕੇ 'ਤੇ ਦੇ ਦੋਗੇ। ਇਹ ਸਿਸਟਮ ਜਿਹੜਾ ਹੈ ਹੌਲੀ ਹੌਲੀ ਜਿਹੜਾ ਸਾਨੂੰ ਸਿਧਾਂਤਕ ਢਾਹ ਲਾ ਦੂਗਾ। ਅਤੇ ਮੇਰਾ ਇਹ ਕਹਿਣਾ ਇਨਕਮ ਦਾ ਮੈਂ ਹਾਮੀ ਹਾਂ, ਇਨਕਮ ਬਣੇ ਗੁਰੂ ਘਰ ਨੂੰ ਹੋਵੇ ਅਤੇ ਉਹਦੇ ਲਈ ਪੱਕੀਆਂ ਦੁਕਾਨਾਂ ਬਣ ਜਾਣ। ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਟਿੱਪਣੀ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਓ। ਦੇਖੋ, ਹੁਣ ਸਰਕਾਰ ਨਾਲ ਅਸੀਂ ਗੱਲ ਕੀਤੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਹੈ ਔਰ ਉਹਦੇ ਵਿੱਚ ਦਖਲਅੰਦਾਜ਼ੀ ਨਾ ਹੋਵੇ। ਉਹਦੇ ਵੀ ਮੈਂ ਗੱਲ ਕੀਤੀ ਸੀ, ਨਹੀਂ ਜਿਵੇਂ ਸਾਡੀ ਸਬ ਕਮੇਟੀ ਹੈਗੀ ਹੈ ਇੱਥੋਂ ਦੀ, ਇਹ ਬੈਠ ਕੇ ਜੋ ਫੈਸਲਾ ਕਰੇਗੀ ਔਰ ਉਹ ਫੈਸਲਾ ਹੀ ਉਸ ਤਰ੍ਹਾਂ ਹੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ। ਠੇਕੇਦਾਰੀ ਸਿਸਟਮ ਖਤਮ ਕਰਕੇ ਜੇ ਪੱਕੀਆਂ ਦੁਕਾਨਾਂ ਬਣਾਈਆਂ ਜਾਣ ਉੱਥੇ ਤਾਂ ਸ਼੍ਰੋਮਣੀ ਕਮੇਟੀ ਨੂੰ ਹੋਰ ਜ਼ਿਆਦਾ ਲਾਭ ਹੋਊਗਾ। ਦੇਖੋ, ਇਹ ਸਾਡੀਆਂ ਸਬ ਕਮੇਟੀਆਂ ਬਣੀਆਂ ਹੁੰਦੀਆਂ ਨੇ, ਜਿਹੜੇ ਸਥਾਨਕ ਤੋਂ ਸਾਡੇ ਮੈਂਬਰ ਨੇ ਉਹ ਸਾਰਾ ਉੱਥੋਂ ਦੀ ਸਥਿਤੀ ਦੇਖਦੇ ਨੇ ਸਥਾਨਕ। ਉਹ ਜਿਵੇਂ ਸਾਡੀ ਸਬ ਕਮੇਟੀ ਜਿਹੜੀ ਆ ਪਾਸ ਕਰਕੇ ਸਾਨੂੰ ਦਿੰਦੀ ਹੈ, ਫਿਰ ਅਸੀਂ ਉਹ ਅੰਤਰ ਕਮੇਟੀ ਵਿੱਚ ਪਾਸ ਕਰਕੇ ਫਿਰ ਉਹ ਸਾਰੀ ਕਾਰਵਾਈ ਕੀਤੀ ਜਾਂਦੀ ਹੈ। ਜੋੜ ਮੇਲੇ 'ਚ ਸਮੱਸਿਆ ਵੀ ਆਉਂਦੀ ਪਾਰਕਿੰਗ ਸੰਬੰਧੀ, ਜਿਵੇਂ ਕਿ ਪਹਿਲਾਂ ਮੰਗ ਕੀਤੀ ਸੀ ਆਪਾਂ ਨੇ ਸਰਕਾਰ ਤੋਂ ਕਿ ਪਾਰਕਿੰਗ ਬਣਾਈ ਜਾਵੇ, ਪਰ ਹੁਣ ਨਹੀਂ, ਕੋਈ ਸਮੱਸਿਆ ਨਹੀਂ ਆਉਂਦੀ। ਦੇਖੋ, ਹਮੇਸ਼ਾ ਹੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਵੇਲੇ ਪ੍ਰਸ਼ਾਸਨ ਦੇ ਨਾਲ ਪੂਰਾ ਸਹਿਯੋਗ ਦਿੱਤਾ ਜਾਂਦਾ ਹੈਗਾ। ਹਰ ਤਰ੍ਹਾਂ ਦਾ ਸਹਿਯੋਗ ਅਸੀਂ ਦਿੰਦੇ ਹਾਂ। ਸੋ ਅਸੀਂ ਵੀ ਚਾਹੁੰਦੇ ਵੀ ਕਿਸੇ ਤਰ੍ਹਾਂ ਦੀ ਕੋਈ ਐਸੀ ਸਮੱਸਿਆ ਨਾ ਆਵੇ, ਕੋਈ ਤਕਲੀਫ ਨਾ ਆਵੇ, ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ। ਉਹ ਸਾਰੇ ਮੱਦੇਨਜ਼ਰ ਰੱਖਦੀ ਸਾਰੀ ਅਸੀਂ ਜਿਹੜੇ ਅਗਲੇ ਜਿਹੜੇ ਜੋੜ ਮੇਲੇ ਦੇ ਪ੍ਰੋਗਰਾਮ ਬਣਾਉਂਦੇ ਹਾਂ। ਇੱਥੇ ਮਸਲਾ ਇੱਕ ਹੋਰ ਵੀ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਰੋੜਾ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਖਰੀਦੀ ਜ਼ਮੀਨ ਦਾ, ਜਿਸ ਦੇ ਵਿੱਚ ਕਰੀਬ 24 ਕਰੋੜ ਰੁਪਏ ਘੁਟਾਲੇ ਦੇ ਇਲਜ਼ਾਮ ਲੱਗ ਰਹੇ ਨੇ। ਪਿੰਡ ਦੀ ਜਿਹੜਾ ਕਰੋੜਾਂ ਰੁਪਏ ਦਾ ਜਿਹੜਾ ਉਹ ਉੱਥੇ ਗਬਨ ਹੋਇਆ, ਜਿਹੜਾ ਅਵਤਾਰ ਸਿੰਘ ਮੱਕੜ ਦੀ ਅਗਵਾਈ ਦੇ ਵਿੱਚ ਉਹ 24 ਕਰੋੜ ਰੁਪਈਆ ਜਿਹੜਾ ਉਹ ਖੁਰਦ-ਬੁਰਦ ਕੀਤਾ ਗਿਆ ਕੁਝ ਨਿੱਜੀ ਲਾਲਸਾਵਾਂ ਦੇ ਕਾਰਨ। ਅਤੇ ਲੌਂਗੋਵਾਲ ਸਾਹਿਬ ਨੇ ਖੁਦ ਕਿਹਾ ਸੀ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਜਦੋਂ ਇਹ ਪ੍ਰਧਾਨ ਬਣੇ। ਅਤੇ ਮੈਂ ਹੈਰਾਨ ਇਸ ਗੱਲ 'ਤੇ ਆ ਵੀ ਉਹਦੀ ਕੋਈ ਗੱਲ ਨਹੀਂ ਕਰਦੇ। ਜੇ ਤੁਹਾਨੂੰ ਇਹ ਲੱਗਦਾ ਕਿ ਇਹ 70 ਲੱਖ ਜਿਹੜਾ ਠੇਕੇਦਾਰ ਤੋਂ ਤੁਹਾਨੂੰ ਆਉਣਾ ਹੈ ਇਹ ਤੁਹਾਡਾ ਨੁਕਸਾਨ ਹੋਇਆ ਤਾਂ ਮੈਂ ਕਹਿਣਾ ਕਿ ਉਹ 1.25 ਕਰੋੜ ਰੁਪਏ ਦੀ ਇਨਕਮ ਸੀ 24 ਕਰੋੜ ਦੀ, ਜਿਹੜੀ ਕਿ 50 ਕਿੱਲਿਆਂ ਦਾ ਠੇਕਾ ਹੀ ਜਿਹੜਾ ਹੈਗਾ 20 ਲੱਖ ਬਣਦਾ, ਅਤੇ 1 ਕਰੋੜ ਦਾ ਨੁਕਸਾਨ ਤੁਹਾਡਾ ਇੱਥੇ ਹੋਇਆ। ਨਾ ਉਹਦੀ ਤੁਸੀਂ ਕੀ ਜਾਂਚ ਕਰਾਉਂਦੇ ਹੋ ਅਤੇ ਨਾ ਉਹਦੀ ਕੋਈ ਗੱਲ ਕਰਦੇ ਹੋ। ਬੜੇ ਦੁੱਖ ਦੀ ਗੱਲ ਇਹ ਆ ਕਿ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੱਲ੍ਹ ਨਾਲ ਬੈਠੇ ਸੀ, ਮੈਂ ਇਸ ਗੱਲੋਂ ਬੜਾ ਹੈਰਾਨ ਹੈ ਕਿ ਉਹਨਾਂ ਨੇ ਅੱਜ ਤੱਕ ਕਿਸੇ ਬੰਦੇ ਨੇ ਖਰੌੜਾ ਪਿੰਡ ਦੇ ਇਸ ਕਰੋੜਾਂ ਰੁਪਏ ਦੇ ਘਪਲੇ 'ਤੇ ਜਿਹੜਾ ਹੈ ਇਹਦੇ ਬਾਰੇ ਕਦੇ ਕੋਈ ਸਟੇਟਮੈਂਟ ਨਹੀਂ ਦਿੱਤੀ, ਕਦੇ ਇਹਦੇ ਬਾਰੇ ਇਹ ਦੁੱਖ ਨਹੀਂ ਜ਼ਾਹਰ ਕੀਤਾ। ਅਤੇ ਇਹ 70 ਲੱਖ ਦਾ ਬੜਾ ਦੁੱਖ ਜ਼ਾਹਰ ਹੋ ਰਿਹਾ। ਮੇਰਾ ਇਹ ਸਵਾਲ ਹੈ ਕਿ ਉਹ ਗੁਰੂ ਘਰ ਦਾ ਸਰਮਾਇਆ ਨਹੀਂ ਸੀ, ਬਲਕਿ ਉਹ ਸਰਮਾਇਆ ਉਹ ਸੀ ਜਿਹੜਾ ਸਿੱਖਾਂ ਨੇ ਆਪਣੇ ਪਲਾਟ ਵੇਚ ਕੇ ਗੁਰੂ ਘਰ ਦੇ ਨਾਂ 'ਤੇ ਐਫਡੀਆਂ ਕਰਾਈਆਂ ਅਤੇ ਗੁਰੂ ਘਰ ਦੇ ਨਾਂ 'ਤੇ ਸਿੱਖਾਂ ਨੇ ਆਪਣੀਆਂ ਜਿਹੜੀਆਂ ਕਿਰਤ ਕਮਾਈਆਂ ਇੱਥੇ ਜਮ੍ਹਾਂ ਕਰਾਈਆਂ ਅਤੇ ਉਹ ਮਿੰਟਾਂ ਦੇ ਵਿੱਚ ਚੰਦ ਬੰਦੇ ਜਿਹੜੇ ਨੇ ਉਹਦਾ ਆਰ ਪਾਰ ਕਰਕੇ ਪਾਰ ਗਏ ਅਤੇ ਉਹਦੇ ਬਾਰੇ ਕੋਈ ਕਿਉਂ ਨਹੀਂ ਬੋਲਦਾ ਹੈ। ਤਾਂ ਇਸ ਕਰਕੇ ਅਸੀਂ ਇਹ ਗੱਲ ਪੁੱਛਣੀ ਚਾਹੁੰਦੇ ਹਾਂ। ਅਤੇ ਦੂਸਰਾ, ਮੈਂ ਇਹ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਸ ਗੱਲੋਂ ਮੈਂ ਬੜਾ ਉਦਾਸ ਹਾਂ ਕਿ ਧਰਮ ਪ੍ਰਚਾਰ ਕਰਨ ਦੀ ਬਜਾਏ ਇਹ ਮੈਨੇਜਰਾਂ ਦੀਆਂ ਬਦਲੀਆਂ, ਸੇਵਾਦਾਰਾਂ ਦੀਆਂ ਬਦਲੀਆਂ, ਗੁਰਦੁਆਰਿਆਂ ਦੇ ਵਿੱਚ ਸੇਵਾਦਾਰ ਲਵਾਉਣ ਦੇ ਇਹਨਾਂ ਦੀ ਜਿਹੜੀਆਂ ਲਾਲਸਾਵਾਂ ਨੇ, ਇਹ ਮੈਨੂੰ ਲੱਗਦਾ ਕਿ ਜੋ ਕੁਝ ਹੁਣ ਪਬਲਿਕ ਪਰਸੈਪਸ਼ਨ ਹੈ, ਜੋ ਕੁਝ ਲੋਕ ਕਹਿੰਦੇ ਨੇ, ਮੈਂ ਪਿਛਲੇ ਕੁਝ ਸਮੇਂ ਤੋਂ ਦੇਖ ਰਿਹਾ ਕਿ ਉਹ ਕਿਤੇ ਨਾ ਕਿਤੇ ਵਾਕਈ ਸੱਚ ਆ। ਨਹੀਂ, ਇੱਕ ਮੈਂਬਰ ਨੂੰ ਇੱਕ ਮੈਨੇਜਰ ਲਵਾਉਣ ਦੀ ਕੀ ਲੋੜ ਹੈ, ਇੱਕ ਮੈਂਬਰ ਨੂੰ ਇੱਕ ਸੇਵਾਦਾਰ ਬਦਲਾਉਣ ਦੀ ਕੀ ਲੋੜ ਆ। ਅਤੇ ਜੇ ਕੋਈ ਸੇਵਾਦਾਰ ਬਦਲ ਗਿਆ ਤਾਂ ਉਹਦੀਆਂ ਬਦਲੀਆਂ ਵਾਸਤੇ ਜਿਹੜਾ ਐਡੇ ਵੱਡੇ ਯਤਨ ਕਰਨੇ, ਸੋ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜਿਹੜੇ ਨੇ ਉਹ ਪੈਦਾ ਹੋਏ ਨੇ। ਸੋ ਮੈਂ ਤਾਂ ਇਹੀ ਕਹਿਣਾ ਕਿ ਪੰਥਕ ਅਕਾਲੀ ਲਹਿਰ ਜਿਹੜੀ ਆ ਉਹ ਇਹੀ ਮਿਸ਼ਨ ਲੈ ਕੇ ਅਸੀਂ ਇਹਨਾਂ ਗੱਲਾਂ ਨੂੰ ਆਉਣ ਵਾਲੇ ਸਮੇਂ 'ਚ ਇਲਾਕੇ ਦੀਆਂ ਸੰਗਤਾਂ ਨੂੰ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਇੱਕ ਪੁਆਇੰਟ ਤੋਂ ਜਿਹੜਾ ਅਸੀਂ ਜਾਣੂ ਕਰਾਵਾਂਗੇ। ਸੋ ਤੁਸੀਂ ਸਾਰਾ ਮਾਮਲਾ ਸੁਣਿਆ। ਹੈਰਾਨਗੀ ਤੁਹਾਨੂੰ ਵੀ ਹੋਵੇਗੀ ਕਿ ਲੌਂਗੋਵਾਲ ਸਾਹਿਬ ਨੂੰ ਪ੍ਰਧਾਨ ਬਣਿਆ ਕਿੰਨਾ ਸਮਾਂ ਹੋ ਚੁੱਕਿਆ, ਪਰ ਹਾਲੇ ਤੱਕ ਘਪਲੇਬਾਜ਼ੀ ਦੇ ਇਹਨਾਂ ਇਲਜ਼ਾਮਾਂ ਦੀ ਜਾਂਚ ਤੱਕ ਸ਼ੁਰੂ ਨਹੀਂ ਕੀਤੀ ਗਈ। ਦੂਜਾ, ਫਤਿਹਗੜ੍ਹ ਸਾਹਿਬ ਦੀ ਪਾਰਕਿੰਗ ਦੀ ਜ਼ਮੀਨ ਤੇ ਦੁਕਾਨਾਂ ਦਾ ਮਾਮਲਾ,
ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸੋ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਹਰ ਜਾਣਕਾਰੀ ਪਹੁੰਚੇ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।